सो ये स्ट्रैसिस ਜਿਹੜੀਆਂ ਹੈਗੀਆਂ ਕੀ ਹੈ ਤੁਹਾਡਾ ਲੋਡ ਅਪੋਨ ਏ ਠੀਕ ਆ। ਸੋ ਲੋਡ ਅਪੋਨ ਏਰੀਆ ਦੇ ਹਿਸਾਬ ਨਾਲ ਹੁਣ ਲੋਡ ਜੋ ਹੈਗਾ ਆ ਠੀਕ ਆ ਉਹ ਤਾਂ 40 ਕਿਲੋ ਨਿਊਟਨ ਆ ਠੀਕ ਆ। 40 ਕਿਲੋਮੀਟਰ ਕਿਲੋ ਨੂੰ ਵੀ ਕਨਵਰਟ ਕਰ ਲੈਣਾ ਆਪਾਂ 1000 ਦੇ ਵਿੱਚ। ਅਤੇ ਏਰੀਆ ਕੀ ਹੈਗਾ ਆ ਹੁਣ ਸਰ ਆਪਾਂ ਏਰੀਆ ਉੱਪਰ ਦੇਖਿਆ ਏਰੀਆ 50 into 50 ਆ ਫੋਰ ਪਾਰਟ ਏ ਬੀ। ਦੈਨ ਉਹਦਾ 2500 mm² ਦਾ ਏਰੀਆ ਆ ਗਿਆ। ਦੋਨਾਂ ਦੀ ਵੈਲਿਊ ਪੁੱਟ ਕੀਤੀ ਅਤੇ ਸਟ੍ਰੈਸ ਕੀ ਹੁੰਦਾ ਹੈ ਨਿਊਟਨ ਪਰ ਮੀਟਰ ਸਕੇਅਰ ਨਿਊਟਨ ਪਰ mm ਸਕੇਅਰ। ਤੋਂ ਹਿਸਾਬ ਨਾਲ ਹੁਣ ਇੱਥੇ mm 'ਚ ਵੈਲਿਊ ਲੈ ਰਹੇ ਹਾਂ ਆਪਾਂ। ਸੋ ਇਸ ਕਰਕੇ ਆਨਸਰ ਵੀ ਆਪਾਂ mm ਦੇ ਵਿੱਚ ਯੂਨਿਟ ਜ਼ਰੂਰ ਦੇਖਣੇ ਆ ਜਦੋਂ ਵੀ ਆਪਾਂ ਸਟਾਰਟ ਕਰਨਾ ਨਿਊਮੈਰੀਕਲ ਤਾਂ ਹਮੇਸ਼ਾ ਆਪਾਂ ਇਹ ਦੇਖਣੀ ਆ ਜਿਹੜੀ ਈ ਦੀ ਵੈਲਿਊ ਆ ਜਿਹੜੀ ਪੀ ਦੀ ਵੈਲਿਊ ਆ ਉਹ ਸਾਰੀਆਂ ਇੱਕੋ ਯੂਨਿਟ ਦੇ ਵਿੱਚ ਆਉਣੀਆਂ ਚਾਹੀਦੀਆਂ ਆ ਠੀਕ ਆ। ਜਿੱਦਾਂ ਹੁਣ ਇਹਦੇ ਵਿੱਚ ਕਿਲੋ ਨਿਊਟਨ ਆ ਠੀਕ ਆ ਜੀ ਨਿਊਟਨ ਪੋਰਸ਼ਨ ਆ ਗਿਆ। ਸੋ ਉਹਦੇ ਵਿੱਚ ਆ ਗਿਆ ਤੁਹਾਡਾ mm ਦਾ ਪੋਰਸ਼ਨ ਆ ਗਿਆ ਨਿਊਟਨ ਪਰ mm ਸਕੇਅਰ ਈ ਦੇ ਵਿੱਚ ਠੀਕ ਆ। ਸੋ ਜਿਹੜਾ ਤੁਹਾਡਾ ਏਰੀਆ ਉਹ ਵੀ mm ਦੇ ਵਿੱਚ ਆ। ਸੋ ਤਕਰੀਬਨ ਲੈਂਥ ਵੀ mm ਦੇ ਸਾਰਾ mm ਦੇ ਵਿੱਚ ਆ। ਸੋ ਇਸ ਕਰਕੇ ਕੀ ਆ ਆਨਸਰ ਵੀ ਤੁਹਾਡਾ ਉਸ ਮੁਤਾਬਿਕ ਹੀ ਆਊਗਾ। ਫਿਰ ਆਨਸਰ ਦੇ ਵਿੱਚ ਕੀ ਆ ਗਿਆ ਨਿਊਟਨ ਪਰ mm ਸਕੇਅਰ ਠੀਕ ਆ। ਸੋ ਜਦੋਂ ਸਟਾਰਟ ਕਰਨਾ ਨਿਊਮੈਰੀਕਲ ਆਪਾਂ ਇਸ ਚੀਜ਼ ਦਾ ਵੀ ਖਿਆਲ ਰੱਖਣਾ। ਸੋ ਪਾਰਟ ਏ ਬੀ ਦਾ ਆਪਾਂ ਫਾਈਂਡ ਆਊਟ ਕਰ ਲਿਆ ਆ। ਹੁਣ ਨੈਕਸਟ ਆ ਗਿਆ ਤੁਹਾਡਾ ਪੋਰਸ਼ਨ ਪਾਰਟ ਬੀ ਸੀ। ਸੋ ਪਾਰਟ ਬੀ ਸੀ ਦੇ ਵਿੱਚ ਵੀ ਸੇਮ ਆ। ਹੁਣ ਪਰ ਆਪਾਂ ਚੈੱਕ ਕਰਨਾ ਆ ਕਿ ਜੋ ਬਾਰ ਆ ਉਹ ਤੁਹਾਡੀ ਰਾਊਂਡ ਆ ਕਿ ਸਕੇਅਰ ਆ। ਇਹ ਕਿੱਦਾਂ ਪਤਾ ਲੱਗੂਗਾ ਜਦੋਂ ਉੱਥੇ ਏਰੀਆ ਗਿਵਨ ਹੋਊਗਾ ਉਹ ਤੋਂ ਪਤਾ ਲੱਗੇਗਾ ਕਿੱਦਾਂ ਦਾ ਏਰੀਆ ਗਿਵਨ ਆ ਠੀਕ ਹੈ ਜੀ। ਹੁਣ ਆਪਾਂ ਉੱਥੇ ਪਹਿਲਾਂ ਇੱਕ ਵਾਰੀ ਚੈੱਕ ਕਰ ਲਈਏ ਕੀ ਪੋਰਸ਼ਨ ਹੈਗਾ ਹੈ ਕਿਸ ਤਰ੍ਹਾਂ ਦਾ ਹੈਗਾ ਆ ਉਸ ਹਿਸਾਬ ਨਾਲ ਆਪਾਂ ਦੇਖਾਂਗੇ। ਹੁਣ ਦੇਖੋ ਅਕੋਰਡਿੰਗ ਟੂ ਨਿਊਮੈਰੀਕਲ ਦੱਸ ਰਿਹਾ 35 mm ਡਾਇਆਮੀਟਰ ਅਤੇ ਸੀ ਡੀ ਦਾ ਪੋਰਸ਼ਨ ਦੱਸ ਰਿਹਾ 20 mm ਡਾਇਆਮੀਟਰ ਡਾਇਆ। ਇਹਦਾ ਮਤਲਬ ਕੀ ਹੈ ਡਾਇਆ ਦਾ ਮਤਲਬ ਕੀ ਆ ਡਾਇਆ ਦਾ ਮਤਲਬ ਇਹ ਆ ਕਿ ਇਹ ਸਰਕੂਲਰ ਬਾਰ ਆ ਠੀਕ ਆ ਜੀ। ਸੋ ਇੰਨਾ ਪੋਰਸ਼ਨ ਤੁਹਾਡਾ ਸਰਕੂਲਰ ਆ ਗਿਆ ਪਹਿਲਾਂ ਸਕੇਅਰ ਆ ਗਿਆ ਫਿਰ ਸਰਕੂਲਰ ਆ ਗਿਆ ਠੀਕ ਆ ਜੀ। ਹੁਣ ਬੀ ਸੀ ਅਤੇ ਸੀ ਡੀ ਦੋਨੋਂ ਸਰਕੂਲਰ ਆ। ਹੁਣ ਇੱਥੇ ਤੁਹਾਡਾ ਫਾਰਮੂਲਾ ਕਿਹੜਾ ਲੱਗੂਗਾ ਹੁਣ ਇੱਥੇ ਤੁਹਾਡਾ ਏ ਸਕੇਅਰ ਦਾ ਫਾਰਮੂਲਾ ਲੱਗਣਾ। ਇੱਥੇ ਹੁਣ ਫਾਰਮੂਲਾ ਕੀ ਲੱਗੇਗਾ ਪਾਈ ਆਰ ਸਕੇਅਰ ਜਾਂ ਜੇ ਡਾਇਆਮੀਟਰ ਗਿਵਨ ਆ ਤਾਂ ਆਪਾਂ ਕੀ ਲਿਖਦੇ ਹੁੰਦੇ ਸੀਗੇ ਪਾਈ ਡੀ ਸਕੇਅਰ ਬਾਏ 4 ਠੀਕ ਆ ਜੀ। ਇਹ ਸਾਡਾ ਜਦੋਂ ਡਾਇਆਮੀਟਰ ਦੇ ਵਿੱਚ ਆਪਾਂ ਕੈਲਕੂਲੇਟ ਕਰਦੇ ਹਾਂ। ਸੋ ਇਹਨਾਂ ਦੇ ਵਿੱਚ ਹੁਣ ਡਾਇਆਮੀਟਰ ਗਿਵਨ ਆ 35 mm ਆਪਾਂ ਸਿੱਧੇ ਵੈਲਿਊ ਉਹਦੇ ਵਿੱਚ ਪੁੱਟ ਕਰ ਦੇਣੀ ਆ ਸਾਨੂੰ ਏਰੀਆ ਮਿਲ ਜਾਣਾ ਹੈ ਠੀਕ ਆ ਜੀ। ਸੋ ਦੇਖਦੇ ਹਾਂ। ਸੋ ਇਹ ਗਿਵਨ ਆ ਤੁਹਾਨੂੰ ਕੀ ਗਿਵਨ ਆ ਇਹਦੇ ਵਿੱਚ ਦੇਖੋ ਏਰੀਆ 2 ਪਾਈ ਬਾਏ 4 ਡੀ ਸਕੇਅਰ ਠੀਕ ਆ ਜੀ। ਕੈਲਕੂਲੇਟ ਕੀਤਾ mm ਸਕੇਅਰ ਦੇ ਵਿੱਚ ਉਹਦੀ ਵੈਲਿਊ ਆ ਗਈ ਠੀਕ ਆ। ਸਟ੍ਰੈਸ ਫਾਈਂਡ ਆਊਟ ਕੀਤਾ P/A2 ਕਲੀਅਰ ਆ ਜੀ। ਸੋ ਇਹਦੇ ਵਿੱਚ ਸਟ੍ਰੈਸ 2 ਨਿਕਲ ਆਇਆ ਠੀਕ ਆ ਜੀ। ਇਸੇ ਤਰੀਕੇ ਨਾਲ ਪਾਰਟ ਸੀ ਡੀ ਦਾ ਆਪਾਂ ਸਟ੍ਰੈਸ ਫਾਈਂਡ ਆਊਟ ਕਰ ਸਕਦੇ ਹਾਂ ਠੀਕ ਆ ਜੀ। ਸੋ ਇਸ ਤਰੀਕੇ ਨਾਲ ਆਪਾਂ ਉਹਦੇ ਵਿੱਚ ਵੀ ਏਰੀਆ ਸਾਨੂੰ ਗਿਵਨ ਆ ਉਹਦੀ ਵੀ ਲੈਂਥ ਤੁਹਾਨੂੰ ਡਾਇਆਮੀਟਰ ਗਿਵਨ ਆ ਉਹਦੀ ਵੈਲਿਊ ਪੁੱਟ ਕੀਤੀ ਤਾਂ ਸਿਗਮਾ 3 ਆ ਗਿਆ। ਹੁਣ ਇਹ ਤਾਂ ਸਿਗਮਾ 1 ਸਿਗਮਾ 2 ਸਿਗਮਾ 3 ਇਹ ਸਟ੍ਰੈਸਿਸ ਕਾਊਂਟ ਹੋ ਗਈਆਂ। ਹੁਣ ਪੋਰਸ਼ਨ ਇੱਦਾਂ ਹੀ ਰੱਖਣੇ ਆ ਪਾਰਟ ਏ ਬੀ ਪਾਰਟ ਬੀ ਸੀ ਪਾਰਟ ਸੀ ਡੀ। ਪਰ ਪਹਿਲਾਂ ਸਾਡਾ ਜਿਹੜਾ ਹਾਫ ਨਿਊਮੈਰੀਕਲ ਆ ਜੋ ਸਟ੍ਰੈਸਿਸ ਕੈਲਕੂਲੇਟ ਕਰਨ ਨੂੰ ਕਹਿ ਰਿਹਾ ਸੀਗਾ ਉਹ ਸਾਡਾ ਕੰਪਲੀਟ ਹੋ ਗਿਆ ਹੈ। ਪਾਰਟ ਏ ਬੀ ਦੇ ਵਿੱਚ ਹੀ ਹੁਣ ਆਪਾਂ ਨਿਊਮੈਰੀਕਲ ਸਾਡਾ ਕੀ ਕਹਿੰਦਾ ਵਾ ਟੋਟਲ ਇਲੋਂਗੇਸ਼ਨ ਕੱਢਣੀ ਹੈ। ਟੋਟਲ ਇਲੋਂਗੇਸ਼ਨ ਕੱਢਣੀ ਹੈ ਤਾਂ ਇਟ ਮੀਨਸ ਕੀ ਆ ਕਿ ਆਪਾਂ ਸਾਨੂੰ ਜਿਹੜਾ ਚੇਂਜ ਇਨ ਲੈਂਥ ਆ ਉਹ ਸਾਰਿਆਂ ਦੇ ਵਿੱਚ ਕੈਲਕੂਲੇਟ ਕਰਨਾ ਪੈਣਾ। ਚੇਂਜ ਇਨ ਲੈਂਥ ਦਾ ਫਾਰਮੂਲਾ ਤੁਹਾਨੂੰ ਦੱਸਿਆ ਸੀਗਾ ਕੀ ਹੈਗਾ P/L ਡਿਵਾਈਡਡ ਬਾਈ A/E ਠੀਕ ਆ ਜੀ। ਸੋ ਹਰੇਕ ਪੋਰਸ਼ਨ ਪਾਰਟ ਏ ਬੀ ਪਾਰਟ ਬੀ ਸੀ ਪਾਰਟ ਸੀ ਡੀ ਇਸ ਤਿੰਨਾਂ ਦਾ ਆਪਾਂ ਕੀ ਆ ਚੇਂਜ ਇਨ ਲੈਂਥ ਕੱਢਣਾ ਆ। ਹੁਣ ਦੇਖੋ ਇਹਨਾਂ ਨੇ ਥੋੜ੍ਹਾ ਨਾ ਕੰਪਲੈਕਸ ਕੀਤਾ ਹੋਇਆ ਦੇਖੋ ਜੋ ਤੁਸੀਂ ਇਹ ਹੁਣ ਜਿੱਦਾਂ ਬੁੱਕ ਦੇ ਵਿੱਚ ਤਾਂ ਉਹਨਾਂ ਨੇ ਕਰ ਦਿੱਤਾ ਪਰ ਤੁਸੀਂ ਜਦੋਂ ਇਹਨੂੰ ਇੱਦਾਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਟਫ ਲੱਗਣਾ ਠੀਕ ਆ ਜੀ। ਸੋ ਇਹਨੂੰ ਈਜ਼ੀ ਕਰਨ ਦੇ ਲਈ ਆਪਾਂ ਕੀ ਕਰਨਾ ਆ ਆਪਾਂ ਇਸੀ ਨਿਊਮੈਰੀਕਲ ਨੂੰ ਆਪਾਂ ਈਜ਼ੀ ਪੋਰਸ਼ਨ ਦੇ ਵਿੱਚ ਕਿਸ ਤਰ੍ਹਾਂ ਕਰ ਸਕਦੇ ਹਾਂ। ਮੈਂ ਸਿਰਫ ਪਾਰਟ ਏ ਬੀ ਲਵਾਂਗਾ ਪਾਰਟ ਬੀ ਸੀ ਫਿਰ ਬਾਅਦ 'ਚ ਲਵਾਂਗਾ ਉਸ ਤੋਂ ਬਾਅਦ ਪਾਰਟ ਸੀ ਡੀ ਲਵਾਂਗਾ। ਪਾਰਟ ਏ ਬੀ ਦੇ ਵਿੱਚ ਕੀ ਆ ਪਹਿਲਾਂ ਆਪਾਂ ਸਿਗਮਾ ਕੈਲਕੂਲੇਟ ਕਰ ਲਿਆ ਉਸ ਤੋਂ ਬਾਅਦ ਕੀ ਆ ਆਪਾਂ ਸਿੱਧਾ ਫਾਰਮੂਲਾ ਉਹਦੇ ਵਿੱਚ ਪੁੱਟ ਕਰਾਂਗੇ ਕੀ ਹੈ ਸਾਡਾ ਫਾਰਮੂਲਾ ਚੇਂਜ ਇਨ ਲੈਂਥ ਉਹ ਕੀ ਆ L1 ਡੈਲਟਾ L1 ਇਜ਼ ਇਕੁਅਲਸ ਟੂ ਕਿਹਦੇ ਬਰਾਬਰ ਆ ਗਿਆ ਸਿਗਮਾ L1 ਡਿਵਾਈਡਡ ਬਾਏ E। ਸਿਗਮਾ ਇਹਨਾਂ ਨੇ ਸਿੱਧਾ ਲੈ ਲਿਆ ਵੈਸੇ ਫਾਰਮੂਲਾ ਕੀ ਹੈ P/L ਡਿਵਾਈਡਡ ਬਾਈ A/E ਠੀਕ ਹੈ ਜੀ। ਜਿਹੜਾ P/L P/A ਜਿਹੜਾ ਆ ਉਹਨਾਂ ਨੇ ਉਹ ਸਿਗਮਾ ਹੀ ਬਣਾਤਾ ਕਿਉਂਕਿ ਸਿਗਮਾ ਆਪਾਂ ਕੈਲਕੂਲੇਟ ਪਿੱਛੇ ਕੀਤਾ ਹੋਇਆ ਆ ਠੀਕ ਹੈ ਨਾ। ਉਹ ਬਾਰ ਆਪਾਂ ਵੈਲਿਊ ਪੁੱਟ ਕਰਾਂਗੇ P ਦੀ ਵੈਲਿਊ ਮੈਂ ਫਿਰ ਪੁੱਟ ਕਰਾਂਗਾ ਫਿਰ ਨੀਚੇ ਮੈਂ A ਦੀ ਵੈਲਿਊ ਪੁੱਟ ਕਰਾਂਗਾ ਉਹ ਫਿਰ ਹੋਰ ਕੈਲਕੂਲੇਸ਼ਨ ਤੁਹਾਡੀਆਂ ਵੱਧ ਜਾਣੀਆਂ। ਸੋ ਉਹ ਕੈਲਕੂਲੇਸ਼ਨ ਜਿਹੜੀ ਆਲਰੇਡੀ ਆਪਾਂ ਕਰ ਚੁੱਕੇ ਹਾਂ ਆਪਾਂ ਬਾਰ ਕੈਲਕੂਲੇਸ਼ਨ ਕਿਉਂ ਉਹਨੂੰ ਰਿਪੀਟ ਕਰਨਾ। ਇਸ ਕਰਕੇ ਆਪਾਂ ਕੀ ਹੈ ਸਿਗਮਾ ਇੱਥੇ ਲੈ ਲਿਆ ਹੈ P/A ਜਿਹੜਾ ਸੀਗਾ ਉਹ ਉੱਥੇ ਆਪਾਂ ਕੀ ਲੈ ਲਿਆ ਸਿਗਮਾ ਹੀ ਲੈ ਲਿਆ ਕਿਉਂਕਿ ਸਿਗਮਾ ਆਪਾਂ ਪਿੱਛੇ ਕੈਲਕੂਲੇਟ ਆਲਰੇਡੀ ਕੀਤਾ ਹੋਇਆ ਆ। ਸੋ ਇੱਥੇ ਕੀ ਹੈ ਸਿਗਮਾ × L
ਡਿਵਾਈਡ ਬਾਈ ਈ ਹੋ ਗਿਆ। ਠੀਕ ਹੈ ਜੀ। ਸੋ ਸਿੰਪਲ ਤੁਸੀਂ ਕੀ ਕਰਨਾ, ਪਾਰਟ ਏ ਬੀ ਦੇ ਪੋਰਸ਼ਨ ਥੱਲੇ ਨੀਚੇ ਜਾ ਕੇ ਤੁਸੀਂ ਸਿੰਪਲ ਉਹਦੇ ਵਿੱਚ ਕੀ ਆ ਸਿੱਧਾ ਫਾਰਮੂਲਾ ਪੁੱਟ ਕਰਨਾ, ਡੈਲਟਾ L1 ਇਜ਼ ਇਕੁਅਲਸ ਟੂ ਸਿਗਮਾ L1 ਡਿਵਾਈਡਡ ਬਾਈ ਈ। ਠੀਕ ਹੈ ਜੀ। ਜਦੋਂ ਇਹਨੂੰ ਪੁੱਟ ਕਰੋਗੇ ਇਹਦੀਆਂ ਵੈਲਿਊਜ਼ ਪੁੱਟ ਕਰਕੇ ਸਿਗਮਾ ਦੀ, ਐਲ ਦੀ ਤੇ ਈ ਦੀ ਇਹ ਵੈਲਿਊ ਪੁੱਟ ਕਰ ਦੇਣੀ ਹੈ ਤੁਸੀਂ। ਜਦੋਂ ਇਹ ਵੈਲਿਊ ਪੁੱਟ ਕਰ ਦੋਗੇ ਉੱਥੇ ਤੁਹਾਡੇ ਕੋਲ ਡੈਲਟਾ L1 ਕੈਲਕੂਲੇਟ ਹੋ ਜਾਊਗਾ। ਠੀਕ ਹੈ ਜੀ। ਇਸੇ ਤਰ੍ਹਾਂ ਸਿਮਿਲਰ ਪਾਰਟ ਬੀ ਸੀ ਦਾ ਵੀ ਇੱਦਾਂ ਹੀ ਕਰਨਾ ਹੈ, ਪਾਰਟ ਸੀ ਡੀ ਦਾ ਵੀ ਇੱਦਾਂ ਹੀ ਕਰਨਾ ਹੈ। ਇਹ ਤਿੰਨ ਪੋਰਸ਼ਨ 'ਚ ਡਿਵਾਈਡ ਕਰ ਲੈਣਾ ਹੈ। ਸਾਰਿਆਂ ਦੇ ਵਿੱਚ ਚੇਂਜ ਲੈਂਥ ਪਹਿਲਾਂ ਹੀ ਕੈਲਕੂਲੇਟ ਕਰਕੇ ਰੱਖ ਲਓ। ਠੀਕ ਹੈ ਜੀ। ਉਹਦੇ ਨਾਲ ਕੀ ਹੋਣਾ ਹੈ, ਤੁਹਾਨੂੰ ਕੈਲਕੂਲੇਸ਼ਨ ਤੁਹਾਡੀਆਂ ਸੌਖੀਆਂ ਹੋ ਜਾਣੀਆਂ। ਜੇ ਤੁਸੀਂ ਇੱਦਾਂ ਹਰੇਕ ਪੂਰੇ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰੋਗੇ ਫਿਰ ਤੁਹਾਡੇ ਗਲਤੀ ਹੋਣ ਦੇ ਚਾਂਸਿਸ ਵੀ ਹੈਗੇ ਜ਼ਿਆਦਾ। ਕਿਤੇ ਤੁਹਾਡੇ ਕੋਲ ਸਿਗਮਾ ਦੀ ਵੈਲਿਊ ਮਿਸ ਹੋ ਗਈ, ਕਿਤੇ ਤੁਹਾਡੇ ਕੋਲ ਐਲ ਦੀ ਵੈਲਿਊ ਮਿਸ ਹੋ ਗਈ। ਠੀਕ ਹੈ ਜੀ। ਕਿਉਂਕਿ 10 ਪਾਵਰਸ ਵੀ ਮਿਲਣੀਆਂ ਤੁਹਾਨੂੰ ਨਾਲ, ਤੁਹਾਨੂੰ ਕੈਲਕੂਲੇਟ ਕਰਨੀਆਂ ਆਉਂਦੀਆਂ ਨਹੀਂ ਹੈਗੀਆਂ, ਉਹ ਟਫ ਲੱਗਣਾ ਤੁਹਾਨੂੰ। ਸੋ ਸਿੰਪਲ ਨੂਮੈਰੀਕਲ ਇਹਨੂੰ ਬਣਾਉਣਾ ਆਪਾਂ। ਸਿੰਪਲ ਕਿੱਦਾਂ ਬਣਾ ਸਕਦੇ ਹਾਂ ਆਪਾਂ, ਸਿੰਪਲ ਜਸਟ ਉਹਨੂੰ ਕੀ ਕਰਨਾ ਆ, ਉਸ ਪੋਰਸ਼ਨ ਦੇ ਵਿੱਚ ਜਾ ਕੇ ਉਹਦਾ ਡੈਲਟਾ ਐਲ ਕੈਲਕੂਲੇਟ ਕਰ ਲੈਣਾ ਹੈ। ਸਿੰਪਲ ਉਹ ਪਹਿਲੇ ਕੈਲਕੂਲੇਟ ਕਰਕੇ ਰੱਖ ਲੈਣਾ ਹੈ। ਠੀਕ ਆ। ਜਦੋਂ ਐਂਡ ਵਿੱਚ ਜਦੋਂ ਇਕੱਲੇ ਤੁਸੀਂ ਡੈਲਟਾ L1 ਡੈਲਟਾ L2 ਡੈਲਟਾ L3 ਇਕੱਲੇ ਪਾਰਟ ਦਾ ਜੋ ਕੈਲਕੂਲੇਟ ਕਰ ਲਿਆ, ਉਸ ਤੋਂ ਬਾਅਦ ਕੀ ਆ ਥੱਲੇ ਲਿਖ ਦੇਣਾ ਟੋਟਲ ਚੇਂਜ ਇਨ ਲੈਂਥ। ਟੋਟਲ ਚੇਂਜ ਇਨ ਲੈਂਥ ਕੀ ਹੈ, ਡੈਲਟਾ L ਇਜ਼ ਇਕੁਅਲਸ ਟੂ ਡੈਲਟਾ L1 ਪਲੱਸ ਡੈਲਟਾ L2 ਪਲੱਸ ਡੈਲਟਾ L3। ਸੋ ਇਹ ਤਿੰਨੋਂ ਪੋਰਸ਼ਨ ਨੂੰ ਆਪਾਂ ਕੀ ਕਰ ਦੇਣਾ, ਐਡੀਸ਼ਨ ਕਰ ਦੇਣਾ ਅਤੇ ਨੀਚੇ ਉਹਨਾਂ ਦੀ ਵੈਲਿਊ ਪੁੱਟ ਕਰਕੇ ਆਂਸਰ ਕੱਢ ਦੇਣਾ। ਦੇਖਿਓ ਤੁਹਾਡਾ ਆਂਸਰ ਸੇਮ ਹੀ ਆਊਗਾ। ਠੀਕ ਆ। 0.186 mm। ਠੀਕ ਆ। ਇਸ ਤਰ੍ਹਾਂ ਇਹਨੂੰ ਕਰਕੇ ਦੇਖਣਾ ਆ। ਬੁੱਕ ਦੇ ਮੈਥਡ ਨਾਲ ਕਰੋਗੇ ਥੋੜ੍ਹਾ ਟਫ ਲੱਗੇਗਾ। ਠੀਕ ਆ। ਜਿਹੜਾ ਤੁਸੀਂ ਆਪਣਾ ਜਿਹੜਾ ਸਿੰਪਲ ਜਿਹੜਾ ਪੋਰਸ਼ਨ ਡਿਵਾਈਡ ਕਰਕੇ ਕਰੋਗੇ ਤਾਂ ਉਹ ਤੁਹਾਨੂੰ ਈਜ਼ੀ ਲੱਗੇਗਾ। ਠੀਕ ਆ ਜੀ। ਸੋ ਇਸ ਢੰਗ ਨਾਲ ਤੁਸੀਂ ਕਰਕੇ ਦੇਖਣਾ ਆ, ਫਿਰ ਤੁਹਾਨੂੰ ਥੋੜ੍ਹਾ ਜਿਹਾ ਈਜ਼ੀ ਲੱਗੇਗਾ। ਠੀਕ ਆ ਜੀ। ਸੋ ਆਪਾਂ ਨੈਕਸਟ ਨੂਮੈਰੀਕਲ ਦੇਖ ਲੈਂਦੇ ਹਾਂ। ਅਗਲਾ ਨੂਮੈਰੀਕਲ ਹੈਗਾ ਸਾਡਾ, ਇਹਦੇ ਵਿੱਚ ਕੀ ਸ਼ੋ ਕਰਦਾ ਪਿਆ ਆ, ਦੋ ਮੇਰੇ ਕੋਲ ਬਾਰਸ ਆ। ਠੀਕ ਆ ਜੀ। ਦੇਖ ਲੈਂਦੇ ਹਾਂ। ਜੋ ਉੱਪਰ ਚੀਜ਼ਾਂ ਲਿਖੀਆਂ ਥੱਲੇ ਉਹ ਡਾਇਗਰਾਮ ਬਣਾ ਦਿੱਤਾ ਗਿਆ ਹੈ। ਜ਼ਰੂਰੀ ਨਹੀਂ ਹੈ ਕਿ ਪੇਪਰ ਦੇ ਵਿੱਚ ਡਾਇਗਰਾਮ ਬਣ ਕੇ ਆਊਗਾ। ਠੀਕ ਆ ਜੀ। ਜੋ ਉੱਪਰ ਚੀਜ਼ਾਂ ਲਿਖੀਆਂ ਗਈਆਂ ਉਹ ਐਜ਼ ਇਟ ਇਜ਼ ਵੀ ਆ ਸਕਦੀ, ਉਹਨੂੰ ਪੜ੍ਹ ਕੇ ਤੁਹਾਨੂੰ ਡਾਇਗਰਾਮ ਵੀ ਬਣਾਉਣਾ ਪੈ ਸਕਦਾ ਹੈ। ਠੀਕ ਆ ਜੀ। ਸੋ ਦੋਨੋਂ ਚੀਜ਼ਾਂ ਆ ਸਕਦੀਆਂ, ਦੋਨਾਂ ਲਈ ਰੈਡੀ ਰਹਿਣਾ ਹੈ। ਸੋ ਇਹਦੇ ਵਿੱਚ ਕੀ ਆ, ਦੋ ਬਾਰਸ ਹੈਗੀਆਂ ਸਾਡੇ ਕੋਲ, ਇੱਕ ਐਲੂਮੀਨੀਅਮ ਬਾਰ ਆ, ਇੱਕ ਸਟੀਲ ਬਾਰ ਆ। ਜਿਹੜੀ ਐਲੂਮੀਨੀਅਮ ਬਾਰ ਆ ਉਹ ਨੀਚੇ ਵਾਲੇ ਪਾਸੇ ਆ ਅਤੇ ਸਟੀਲ ਬਾਰ ਉੱਪਰ ਵਾਲੇ ਪਾਸੇ ਆ। ਠੀਕ ਆ। 40x40 ਸ਼ੋ ਕਰਦਾ ਪਿਆ ਆ ਸਕੇਅਰ, ਮਤਲਬ ਕਿ ਉਹਦਾ ਏਰੀਆ ਸ਼ੋ ਕਰਦਾ ਪਿਆ ਆ, ਮਤਲਬ ਇਹ ਸਕੇਅਰ ਬਾਰ ਆ। ਨੀਚੇ 16x60 ਇਹ ਸਕੇਅਰ ਬਾਰ ਆ ਐਲੂਮੀਨੀਅਮ ਦੀ, ਉਹਦਾ ਏਰੀਆ ਸ਼ੋ ਕਰਦਾ ਪਿਆ। ਠੀਕ ਆ ਜੀ। ਲੈਂਥ ਸ਼ੋ ਕਰਦਾ ਪਿਆ ਕਿੰਨੀ ਆ, 400 mm। ਉੱਪਰ ਜਿਹੜੀ ਲੈਂਥ ਸ਼ੋ ਕਰਦਾ ਪਿਆ ਉਹ ਕੀ ਆ, 250 mm। ਠੀਕ ਆ ਜੀ। ਕੀ ਕਹਿੰਦਾ ਪਿਆ ਆ ਕਿ ਜਿਹੜਾ ਇਹ ਦੋਨੋਂ ਜਿਹੜੀਆਂ ਬਾਰਸ ਆ ਇਹ ਉਹਦੇ ਉੱਪਰ ਆਪਾਂ ਲੋਡ ਅਪਲਾਈ ਕਰਦੇ ਪਏ ਹਾਂ। ਕੀ ਇਹ ਲੋਡ, ਉਹ ਕੈਪੀਟਲ P। ਠੀਕ ਹੈ ਜੀ। ਕੈਪੀਟਲ P ਮੈਂ ਕੀ ਕੀਤਾ, ਲੋਡ ਅਪਲਾਈ ਕਰ ਦਿੱਤਾ। ਹੁਣ ਜਦੋਂ ਲੋਡ ਅਪਲਾਈ ਕੀਤਾ ਤਾਂ ਕਹਿੰਦੇ ਤੁਸੀਂ ਦੱਸ ਦੇਣਾ ਕੀ ਕੈਲਕੂਲੇਟ ਕਰਨਾ। ਦੇਖੋ ਇੱਥੇ ਕੀ ਲਿਖਿਆ ਹੋਇਆ ਕਿ ਕੈਲਕੂਲੇਟ ਦਾ ਮੈਗਨੀਟਿਊਡ ਆਫ ਦਾ ਲੋਡ, ਕੈਲਕੂਲੇਟ ਦਾ ਮੈਗਨੀਟਿਊਡ ਆਫ ਦਾ ਲੋਡ P, ਕੈਪੀਟਲ P, ਵਿਚ ਵਿਲ ਕੋਜ਼ ਟੋਟਲ ਲੈਂਥ ਆਫ ਅ ਮੈਂਬਰ ਟੂ ਡਿਕਰੀਜ਼ 0.40 mm। ਕਹਿੰਦਾ ਕਿ ਜਦੋਂ ਆਪਾਂ ਉੱਪਰ ਕੈਪੀਟਲ P ਲੋਡ ਲਗਾ ਦਿੱਤਾ ਉਹਦੇ ਨਾਲ ਕੀ ਹੋਇਆ, ਕੈਪੀਟਲ P ਜੋ ਲੋਡ ਲਗਾ ਦਿੱਤਾ ਉਹਦੇ ਨਾਲ ਕੀ ਹੋਇਆ। ਹੁਣ ਜਦੋਂ ਤੁਸੀਂ ਆਪ ਇਮੈਜਿਨ ਕਰੋ ਕੀ ਹੋ ਸਕਦਾ ਆ, ਜਿਹੜੀ ਬਾਰ ਆ ਇਹ ਦੋਨੋਂ ਕੀ ਹੋ ਜੂਗੀ, ਕੰਪਰੈਸਿਵ ਮੋਡ 'ਚ ਆ ਜੂਗੀਆਂ। ਜਦੋਂ ਕੰਪਰੈਸਿਵ ਮੋਡ ਦੇ ਵਿੱਚ ਆ ਜੂਗੀਆਂ ਤਾਂ ਫਿਰ ਉਹਦੀ ਲੈਂਥ ਕੀ ਹੋ ਜੂਗੀ, ਡਿਕਰੀਜ਼ ਹੋ ਜੂਗੀ। ਉਹ ਕਹਿੰਦਾ ਟੋਟਲ ਚੇਂਜ ਇਨ ਲੈਂਥ ਸਾਨੂੰ ਦੇ ਦਿੱਤੀ ਗਈ ਆ। ਉਹ ਕੀ ਆ, ਇਹਦਾ ਟੋਟਲ ਲੈਂਥ ਆਫ ਦਾ ਮੈਂਬਰ ਡਿਕਰੀਜ਼ ਬਾਏ ਕਿੰਨਾ ਹੋਇਆ, 0.40 mm। ਇਹਦਾ ਮਤਲਬ ਕਿ ਟੋਟਲ ਚੇਂਜ ਇਨ ਲੈਂਥ ਉਹਨੇ ਤੁਹਾਨੂੰ ਪਹਿਲਾਂ ਹੀ ਗਿਵਨ ਦੇ ਦਿੱਤੀ ਆ, 0.40 mm। ਠੀਕ ਆ ਜੀ। ਤੁਸੀਂ ਕੈਲਕੂਲੇਟ ਕੀ ਕਰਨਾ ਆ, ਕੈਲਕੂਲੇਟ ਦਾ ਮੈਗਨੀਟਿਊਡ ਆਫ ਦਾ ਲੋਡ, ਕੈਲਕੂਲੇਟ ਦਾ ਮੈਗਨੀਟਿਊਡ ਆਫ ਦਾ ਲੋਡ ਕੈਪੀਟਲ P। ਇਹਦਾ ਮਤਲਬ ਕੈਪੀਟਲ P ਦੀ ਵੈਲਿਊ ਤੁਹਾਨੂੰ ਗਿਵਨ ਨਹੀਂ ਹੈਗੀ, ਉਹ ਤੁਸੀਂ ਕੈਲਕੂਲੇਟ ਕਰਨਾ ਹੈ। ਪਰ ਤੁਹਾਨੂੰ ਦੇਖੋ ਕੋਈ ਚੀਜ਼ ਅਨਨੋਨ ਆ, ਉਹਦੇ ਆਪੋਜ਼ਿਟ ਸਾਈਡ ਕੋਈ ਨਾ ਕੋਈ ਚੀਜ਼ ਗਿਵਨ ਹੋਣੀ ਆ। ਉਹਦੇ ਆਪੋਜ਼ਿਟ ਸਾਈਡ ਕੀ ਗਿਵਨ ਦਿੱਤੀ ਉਹਨੇ, ਟੋਟਲ ਚੇਂਜ ਇਨ ਲੈਂਥ। ਠੀਕ ਆ ਜੀ। ਉਹ ਟੋਟਲ ਚੇਂਜ ਇਨ ਲੈਂਥ ਤੋਂ ਆਪਾਂ ਕੈਪੀਟਲ V ਫਾਈਂਡ ਆਊਟ ਕਰਾਂਗੇ। ਠੀਕ ਆ। ਸੋ ਇਹ ਤੁਹਾਡਾ ਨੂਮੈਰੀਕਲ ਆ, ਪਰ ਇਹ ਨੂਮੈਰੀਕਲ ਲੱਗਦਾ ਹੈਗਾ ਆ ਕਿ ਈਜ਼ੀ ਹੋਊਗਾ, ਪਰ ਇਹਦੀ ਜਿਹੜੀ ਕੈਲਕੂਲੇਸ਼ਨਸ ਕਰਨੀਆਂ ਉਹ ਥੋੜ੍ਹੀਆਂ ਟਫ ਆ। ਠੀਕ ਆ ਜੀ। ਸੋ ਇਹਨੂੰ ਇਹ ਕੈਲਕੂਲੇਟ ਪਹਿਲੀ ਵਾਰ 'ਚ ਕੈਲਕੂਲੇਟ ਕਰੋਗੇ ਤਾਂ ਇਹ ਕਦੀ ਵੀ ਆਨਸਰ ਤੁਹਾਨੂੰ ਨਹੀਂ ਦਊਗਾ। ਠੀਕ ਆ ਜੀ। ਸਿਮਿਲਰ ਆਨਸਰ ਨਹੀਂ ਦਊਗਾ। ਸੋ ਇਹਦੇ ਵਿੱਚ ਥੋੜ੍ਹੀਆਂ ਪਾਵਰਸ ਹੈਗੀਆਂ, ਥੋੜ੍ਹੀ ਕੈਲਕੂਲੇਸ਼ਨਸ ਹੈਗੀਆਂ, ਸੋ ਉਹਨੂੰ ਸਿੱਖਣਾ ਪੈਣਾ ਆ। ਠੀਕ ਆ। ਤਾਂ ਇਹ ਜਾ ਕੇ ਤੁਹਾਨੂੰ ਨੂਮੈਰੀਕਲ ਸਮਝ ਲੱਗਣਾ ਆ। ਸੋ ਇਹਦੇ ਵਿੱਚ ਆਪਾਂ ਸਟਾਰਟਿੰਗ ਕਰਦੇ ਹਾਂ, ਕਰਨਾ ਉੱਦਾਂ ਹੀ ਆਪਾਂ ਸਿਮਿਲਰ। ਠੀਕ ਆ। ਮੈਂ ਇਸ ਨੂਮੈਰੀਕਲ ਨੂੰ ਜੇ ਅਟੈਂਪਟ ਕਰੂੰਗਾ ਤਾਂ ਇਹਨੂੰ ਮੈਂ ਦੋ ਪੋਰਸ਼ਨ 'ਚ ਡਿਵਾਈਡ ਕਰਦਾ ਹਾਂ। ਠੀਕ ਆ। ਪਾਰਟ 1 ਦੇ ਵਿੱਚ ਕਰਾਂਗਾ। ਠੀਕ ਆ। ਇਹਨੂੰ ਪਾਰਟ 2 ਦੇ ਵਿੱਚ ਇਹਨੂੰ ਡਿਵਾਈਡ ਕਰਾਂਗਾ। ਠੀਕ ਆ। ਜਾਂ ਤੁਸੀਂ ਇਹਦੇ ਵਿੱਚ ਇੱਥੇ ਗਿਵਨ ਨਹੀਂ ਹੈਗਾ, ਜਾਂ ਲਿਖ ਲਿਓ ਇੱਥੇ A
ਇੱਥੇ ਲਿਖ ਲਿਓ B, ਇੱਥੇ ਲਿਖ ਲਿਓ C, ਜਿੱਦਾਂ ਮਰਜ਼ੀ ਕਰ ਲਓ। ਠੀਕ ਹੈ ਜੀ, ਪਾਰਟ AB ਅਲੱਗ ਲੈ ਲਓ, ਪਾਰਟ BC ਅਲੱਗ ਲੈ ਲਓ। ਠੀਕ ਹੈ ਜੀ, ਇਸ ਢੰਗ ਦੇ ਨਾਲ ਨਿਊਮੈਰੀਕਲ ਨੂੰ ਆਪਾਂ ਸੋਲਵ ਕਰਾਂਗੇ। ਠੀਕ ਆ, ਹੁਣ ਜਿੱਦਾਂ ਹੁਣ ਮੈਂ ਪਾਰਟ AB ਲੈ ਲਿਆ, ਪਾਰਟ AB ਦੇ ਵਿੱਚ ਏਰੀਆ ਕੈਲਕੂਲੇਟ ਕਰ ਲਓ। ਠੀਕ ਹੈ ਜੀ, ਲੈਂਥ ਗਿਵਨ ਆ ਉਹ ਡਾਟਾ ਲਿਖ ਲਓ। ਪਾਰਟ BC ਆ, ਪਾਰਟ BC ਦੇ ਵਿੱਚ ਵੀ ਏਰੀਆ ਕੈਲਕੂਲੇਟ ਕਰ ਲਓ, ਲੈਂਥ ਹੈਗਾ ਉਹ ਲਿਖ ਲਓ। ਠੀਕ ਹੈ ਜੀ, ਸੋ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਆ ਟੋਟਲ ਚੇਂਜ ਇਨ ਲੈਂਥ ਆ ਡੈਲਟਾ L ਇਜ਼ ਇਕੁਅਲ ਟੂ ਡੈਲਟਾ L1 ਪਲੱਸ ਡੈਲਟਾ L2। ਇਹਦਾ ਮਤਲਬ ਕੀ ਆ, ਡੈਲਟਾ L1 ਅਤੇ ਡੈਲਟਾ L2 ਇਹ ਦੋਨਾਂ ਦੀ ਟਰਮਸ ਜਿੰਨੀਆਂ ਜੋ ਵੀ ਆਉਂਦੀ ਪਈ ਆ ਵੈਲਿਊ ਬਣਦੀ ਪਈ ਆ ਉਹ ਆਪਾਂ P ਦੇ ਟਰਮਸ ਦੇ ਵਿੱਚ ਕੈਲਕੂਲੇਟ ਕਰਨੀ ਆ। P ਦੇ ਟਰਮਸ ਦੇ ਵਿੱਚ ਕੈਲਕੂਲੇਟ ਉਹ ਦੇਖ ਲਓ ਆਪਾਂ ਕਿੱਦਾਂ ਕਰਦੇ ਆ। ਠੀਕ ਹੈ ਜੀ, ਸੋ ਪਹਿਲਾਂ ਮੈਂ ਪੋਰਸ਼ਨ ਲੈ ਲਿਆ ਪਾਰਟ 1 AB ਲੈ ਲਿਆ। AB ਦੇ ਵਿੱਚ ਕੀ ਹੈ ਡੈਲਟਾ L1 ਲੈਂਥ ਉਹਦੀ ਗਿਵਨ ਆ 250 ਇਹਨੇ ਸਟੀਲ ਪਾ ਲਿਆ ਹੋਇਆ ਆ। ਠੀਕ ਹੈ ਜੀ, ਸਟੀਲ। ਠੀਕ ਆ, ਆਪਾਂ ਜਿਹੜਾ ਸਟਾਰਟਿੰਗ ਆਪਾਂ ਕੀਤਾ ਉਸੇ ਢੰਗ ਨਾਲ ਕਰਦੇ ਹਾਂ ਆਪਾਂ AB ਇਹਨੇ ਇਕੱਠੇ ਡਾਟਾ ਲਿਖ ਦਿੱਤਾ। ਆਪਾਂ ਡਾਟਾ ਕੀ ਆ ਉਹਨੂੰ ਡਿਵਾਈਡ ਕਰ ਲੈਂਦੇ ਆ। ਸੋ ਇਹਦੇ ਵਿੱਚ ਕੀ ਆ, ਲੈਂਥ ਦਿੱਤੀ ਹੋਈ ਆ 400 mm, ਏਰੀਆ ਗਿਵਨ ਦਿੱਤਾ ਹੋਇਆ ਆ। ਠੀਕ ਹੈ, 60 × 60 3600। ਠੀਕ ਆ ਜੀ, 3600 mm²। ਠੀਕ ਆ, ਐਲੂਮੀਨੀਅਮ ਦਾ E ਕੀ ਆ ਦੇਖੋ ਉੱਪਰ ਗਿਵਨ ਆ 7 × 10⁴ ਨਿਊਟਨ ਪਰ mm²। ਠੀਕ ਆ, ਇਹ E ਗਿਵਨ ਆ। ਸੋ ਡੈਲਟਾ L ਦਾ ਫਾਰਮੂਲਾ ਕੀ ਹੁੰਦਾ, P × L / A × E। ਠੀਕ ਆ ਜੀ, ਸੋ ਏਰੀਆ ਆਪਾਂ ਕੈਲਕੂਲੇਟ ਕਰ ਲਾਂਗੇ ਇਹਦਾ ਕਿੰਨਾ 60 × 60 ਉਹ ਏਰੀਆ ਹੋ ਗਿਆ। P ਸਾਨੂੰ ਅਨਨੋਨ ਆ, ਸਾਨੂੰ ਨਹੀਂ ਪਤਾ, ਸੋ P ਐਜ਼ ਇਟ ਇਜ਼ ਰੱਖ ਦਾਂਗੇ। ਠੀਕ ਆ, P ਐਜ਼ ਇਟ ਇਜ਼ ਰੱਖ ਦਾਂਗੇ ਇਨਟੂ L ਕੀ ਆ ਤੁਹਾਡਾ ਆਹ ਵਾਲਾ 400 ਡਿਵਾਈਡਡ ਬਾਏ A ਕੀ ਆ 60 × 60 3600 ਇਨਟੂ E ਐਲੂਮੀਨੀਅਮ ਦਾ ਕੀ ਉੱਪਰ 7 × 10⁴ ਇਹ ਤੁਹਾਡਾ ਕੀ ਆ E ਆ ਗਿਆ। ਇੱਦਾਂ ਆਪਾਂ ਇਕੱਲੇ ਪਾਰਟ AB ਦਾ ਆਪਾਂ ਕੈਲਕੂਲੇਟ ਕਰਕੇ ਰੱਖ ਲੈਣਾ ਆ। ਯਾਦ ਰੱਖਣਾ ਕਿ ਇਹ ਜਿਹੜਾ ਡੈਲਟਾ L ਗਿਵਨ ਆ ਇਹ ਟੋਟਲ ਦਾ ਗਿਵਨ ਆ, ਡੈਲਟਾ L1 ਦਾ ਨਹੀਂ ਗਿਵਨ। ਡੈਲਟਾ L1 ਇਹਦਾ ਨਹੀਂ ਗਿਵਨ, ਡੈਲਟਾ L ਟੋਟਲ ਦਾ ਗਿਵਨ ਆ। ਠੀਕ ਆ ਜੀ, ਸੋ ਜਦੋਂ ਐਂਡ ਵਿੱਚ ਆਪਾਂ ਫਾਰਮੂਲੇ 'ਚ ਪੁੱਟ ਕਰਾਂਗੇ ਡੈਲਟਾ L ਇਜ਼ ਇਕੁਅਲ ਟੂ ਡੈਲਟਾ L1 ਪਲੱਸ ਡੈਲਟਾ L2 ਉਹਦੇ ਵਿੱਚ ਆਪਾਂ ਇਹ ਵੈਲਿਊ ਪੁੱਟ ਕਰਾਂਗੇ। ਠੀਕ ਆ ਜੀ, ਸੋ ਵੈਲਿਊ ਤੁਹਾਡੀ ਕੀ ਬਣ ਜਾਣੀ ਆ, ਡੈਲਟਾ L1। ਠੀਕ ਆ, ਡੈਲਟਾ L1 ਇਜ਼ ਇਕੁਅਲਸ ਟੂ ਕੀ ਬਣ ਜਾਣਾ ਆ, P ਐਜ਼ ਇਟ ਇਜ਼ ਰਹਿ ਜਾਣਾ ਆ। L ਦੀ ਵੈਲਿਊ 400 ਪੁੱਟ ਕਰ ਦੇਣੀ ਇੱਥੇ। ਠੀਕ ਆ, ਤੁਹਾਡੇ ਕੋਲ ਏਰੀਆ ਕੈਲਕੂਲੇਟ ਕਰਕੇ ਪੁੱਟ ਕਰ ਦੇਣਾ ਇਹਦੇ ਵਿੱਚ A × E ਦੀ ਵੈਲਿਊ ਪੁੱਟ ਕਰ ਦੇਣੀ ਆ। ਸੋ ਫਿਰ ਆਪਾਂ ਕੀ ਕਰਨਾ ਆ, P ਤਾਂ ਐਜ਼ ਇਟ ਇਜ਼ ਰਹਿ ਗਿਆ, P ਐਜ਼ ਇਟ ਇਜ਼ ਰਹਿ ਗਿਆ। ਜਿਹੜੀਆਂ ਤਿੰਨ ਟਰਮਸ ਬਚ ਗਈਆਂ ਉਹ ਕਿਹੜੀ ਬਚ ਗਈ ਆ, 400 ਡਿਵਾਈਡਡ ਬਾਏ ਏਰੀਆ ਡਿਵਾਈਡਡ ਬਾਏ 7 × 10⁴। ਇਹ ਜਿਹੜੀਆਂ ਵੈਲਿਊਜ਼ ਹੈਗੀਆਂ ਇਹਨਾਂ ਨੂੰ ਆਪਾਂ ਕੈਲਕੂਲੇਟ ਕਰਕੇ ਸੋਲਵ ਕਰ ਲੈਣਾ। ਜਿੱਦਾਂ ਵੀ ਹੈਗਾ ਇਹਨੂੰ ਕੈਲਕੂਲੇਟ ਕਰਕੇ ਆਪਾਂ ਸੋਲਵ ਕਰ ਲੈਣਾ ਹੈ। ਠੀਕ ਹੈ ਜੀ, ਫਿਰ ਤੁਹਾਡਾ ਡੈਲਟਾ L1 ਕੁਛ ਵੈਲਿਊ ਆਊਗੀ ਇਨ ਟਰਮਸ ਆਫ P ਐਜ਼ ਇਟ ਇਜ਼ ਰਹਿਣ ਦੇਣਾ ਆ। ਠੀਕ ਆ ਜੀ, ਜਿਹੜੀ ਬਾਕੀ ਟਰਮਸ ਹੈਗੀਆਂ ਉਹਨਾਂ ਨੂੰ ਆਪਾਂ ਸੋਲਵ ਕਰ ਲੈਣਾ ਆ। ਠੀਕ ਆ, ਇਸੇ ਤਰੀਕੇ ਨਾਲ ਡੈਲਟਾ L2 ਕੱਢਾਂਗੇ। ਡੈਲਟਾ L2 ਕਿਹਦਾ ਨਿਕਲੂਗਾ, ਉਹ ਨਿਕਲੂਗਾ ਤੁਹਾਡਾ ਸਟੀਲ ਦਾ। ਉਹ ਕਿਹਦਾ ਨਿਕਲੂਗਾ, ਸਟੀਲ ਦਾ। ਸਟੀਲ ਦੇ ਵਿੱਚ ਵੀ ਫਿਰ ਉਹੀ ਫਾਰਮੂਲਾ P × L A × E। ਉਹਦੇ P ਨਹੀਂ ਪਤਾ, ਇੰਟੂ L ਕੀ ਆ 250। ਠੀਕ ਆ ਜੀ, P × 250 ਡਿਵਾਈਡਡ ਬਾਏ ਏਰੀਆ ਕਿੰਨਾ 40 × 40 1600। E ਕੀ ਆ 2.1 × 10⁵। ਠੀਕ ਆ, 10⁴ 10⁵ ਇਹਨੂੰ ਤੁਸੀਂ ਐਜ਼ ਇਟ ਇਜ਼ ਹੀ ਲਿਖ ਕੇ ਰੱਖ ਸਕਦੇ ਆ। ਠੀਕ ਆ, ਰੀਅਰੇਂਜ ਕਰ ਸਕਦੇ ਆ, ਥੱਲੜੀ ਵੈਲਿਊ ਉੱਪਰ ਲੈ ਕੇ ਜਾ ਸਕਦੇ ਆ। ਜਦੋਂ ਥੱਲੇ ਆ ਗਿਆ 10⁵, ਉੱਪਰ ਜਾ ਕੇ ਕੀ ਬਣ ਜਾਣਾ ਹੈ 10⁻⁻5। ਇਸੇ ਤਰੀਕੇ ਨਾਲ ਜੇ ਥੱਲੇ 10⁴ ਆ ਉੱਪਰ ਜਾ ਕੇ ਕੀ ਬਣ ਜਾਣਾ 10⁻⁻4। ਠੀਕ ਆ ਜੀ, ਉਹਨੂੰ ਮਤਲਬ ਮਲਟੀਪਲੀਕੇਸ਼ਨ ਦੇ ਵਿੱਚ ਰੱਖ ਲੈਣਾ ਹੈ। ਹੁਣ ਇਹਦਾ ਫਾਇਦਾ ਕੀ ਹੋਣਾ, ਸਾਨੂੰ ਫਾਇਦਾ ਇਹ ਹੋਣਾ ਕਿ ਸਾਡਾ ਜਿਹੜਾ ਟਰਮ ਹੋਣੀ ਆ ਨਿਊਮੈਰੀਕਲ ਟਰਮ ਹੋਣੀ ਉਹ ਜ਼ਿਆਦਾ ਲੰਬੀ ਨਹੀਂ ਜਾਊਗੀ। ਮਲਟੀਪਲੀਕੇਸ਼ਨ ਦੇ ਵਿੱਚ ਜੇ ਪਾ ਦਿੱਤਾ ਤਾਂ ਕਾਫੀ ਲੰਬੀ ਜਾ ਸਕਦੀ ਹੈ, ਲੈਖਸ ਦੇ ਵਿੱਚ ਆ ਸਕਦਾ ਆ ਆਨਸਰ, ਉਹ ਲੈਖ ਦੇ ਵਿੱਚ ਨਹੀਂ ਆਊਗਾ ਫਿਰ ਆਨਸਰ। ਠੀਕ ਆ ਜੀ, ਫਿਰ 10⁻ਪਾਵਰਸ ਜਿਹੜੀਆਂ ਹੈਗੀਆਂ ਉਹ ਐਜ਼ ਇਟ ਇਜ਼ ਤੁਸੀਂ ਰੱਖ ਕੇ ਮਤਲਬ ਐਜ਼ ਇਟ ਇਜ਼ ਹੀ ਰੱਖ ਲੈਣੀਆਂ ਜਿੱਦਾਂ ਵੀ ਹੈਗੀਆਂ। ਠੀਕ ਆ, ਫਿਰ ਜਦੋਂ ਤੁਸੀਂ ਐਂਡ ਵਿੱਚ ਤੁਹਾਡਾ ਕੀ ਬਣਨਾ ਹੈ, ਐਂਡ ਵਿੱਚ ਕੀ ਬਣਨਾ ਡੈਲਟਾ L ਉਹ ਕਿਹਦੇ ਬਰਾਬਰ ਆ ਡੈਲਟਾ L1 ਦੇ ਪਲੱਸ ਡੈਲਟਾ L2 ਦੇ। ਉਹ ਜਦੋਂ ਤੁਸੀਂ P ਦੇ ਟਰਮਸ ਦੇ ਵਿੱਚ ਦੋਨੋਂ ਵੈਲਿਊ ਕੈਲਕੂਲੇਟ ਕਰਕੇ ਰੱਖ ਲੈਣੀ ਆ, ਦੋਨਾਂ ਦੀ ਵੈਲਿਊ ਇਹਦੇ ਵਿੱਚ ਕੀ ਕਰ ਦੇਣੀ ਪੁੱਟ ਕਰ ਦੇਣੀ ਆ। ਡੈਲਟਾ L ਕਿੰਨਾ ਆ 0.40
0.40 ਇਜ਼ ਇਕੁਅਲ ਟੂ ਡੈਲਟਾ L1 ਡੈਲਟਾ L2 ਆ ਗਿਆ। ਹੁਣ ਡੈਲਟਾ L1 ਵੀ P ਦੀ ਟਰਮਸ ਦੇ ਵਿੱਚ ਆ ਗਿਆ, ਡੈਲਟਾ L2 ਵੀ P ਦੀ ਟਰਮਸ ਦੇ ਵਿੱਚ ਆ ਗਿਆ, ਅਤੇ ਦੋਨਾਂ ਨੂੰ ਜਦੋਂ ਤੁਸੀਂ ਪਲੱਸ ਕਰ ਦੋਗੇ ਉਹ P ਬਾਹਰ ਆ ਜਾਣਾ ਹੈ, ਤਾਂ ਉਹਦੀ ਜਿਹੜੀ ਵੈਲਿਊਜ਼ ਹੈਗੀਆਂ ਉਹ ਦੋਨਾਂ ਨੂੰ ਆਪਾਂ ਐਡੀਸ਼ਨ ਕਰ ਦੇਣਾ ਹੈ। ਐਡੀਸ਼ਨ ਕਰੂੰਗੇ ਤਾਂ ਦੋਨਾਂ ਦੀ ਵੈਲਿਊ ਜਦੋਂ ਐਡੀਸ਼ਨ ਹੋਣ ਤੋਂ ਬਾਅਦ ਫਿਰ ਜੋ ਜਿੰਨਾ ਆਈ ਉਹਦੀ ਟਰਮ ਆਈ ਉਹ P ਦੇ ਟਰਮਸ ਦੇ ਵਿੱਚ ਹੋਊਗੀ, ਉਹ P ਨੂੰ ਕਿੱਦਾਂ ਕੈਲਕੂਲੇਟ ਕਰੋਗੇ, ਜੋ ਉਹਦੀ ਨਾਲ ਜਿਹੜੀ ਵੈਲਿਊ ਆਊਗੀ ਉਹਨੂੰ ਕੀ ਕਰ ਦੂੰਗਾ 0.40 ਨਾਲ ਡਿਵਾਈਡ ਕਰ ਦੂੰਗੇ। ਇਸ ਤਰੀਕੇ ਨਾਲ ਕੀ ਹੋਊਗਾ, ਜਦੋਂ 0.40 ਨਾਲ ਡਿਵਾਈਡ ਕਰੋਗੇ, ਠੀਕ ਆ, 0.40 ਨਾਲ ਡਿਵਾਈਡ ਕਰੋਗੇ ਤਾਂ ਉਹਨਾਂ ਕੀ ਹੋ ਜਾਣਾ, ਫਿਰ ਤੁਹਾਨੂੰ P ਦਾ ਤੁਹਾਨੂੰ ਆਨਸਰ ਮਿਲ ਜਾਣਾ। ਠੀਕ ਆ ਜੀ। ਸੋ ਇਹਨੂੰ ਇੱਕ ਵਾਰੀ ਇਹਨੂੰ ਕਰਕੇ ਦੇਖ ਲੈਣਾ ਤੁਸੀਂ ਸਾਰਿਆਂ ਨੇ, ਠੀਕ ਆ, ਅਤੇ ਮੈਨੂੰ ਫਿਰ ਨੈਕਸਟ ਕਲਾਸ ਦੇ ਵਿੱਚ ਤੁਸੀਂ ਦੱਸਣਾ ਆ ਕਿ ਤੁਸੀਂ ਇਹਨੂੰ ਸੋਲਵ ਕਰ ਪਾਏ ਆ ਕਿ ਨਹੀਂ ਪਾਏ। ਠੀਕ ਆ। ਸੋ ਬਾਕੀ ਜਦੋਂ ਜੇ ਤੁਸੀਂ ਇਸ ਢੰਗ ਨਾਲ ਇੱਕ ਵਾਰੀ ਕਰਕੇ ਦੇਖੋਗੇ, ਠੀਕ ਆ ਜੀ, ਤਾਂ ਵੀ ਦੇਖ ਲਿਓ। ਜੇ ਜਿਸ ਢੰਗ ਨਾਲ ਮੈਂ ਤੁਹਾਨੂੰ ਇਹ ਸਮਝਾਇਆ ਨਿਊਮੈਰੀਕਲ, ਠੀਕ ਆ, ਇਹਨਾਂ ਤੁਹਾਨੂੰ ਇੱਕ ਕਲੈਰਿਟੀ ਮਿਲੂਗੀ। ਠੀਕ ਆ, ਕਿਸ ਤਰ੍ਹਾਂ ਆਪਾਂ ਨਿਊਮੈਰੀਕਲ ਨੂੰ ਸੋਲਵ ਸਟੈਪ ਬਾਏ ਸਟੈਪ ਕਰ ਸਕਦੇ ਹਾਂ। ਠੀਕ ਆ, ਆਰਡਰ ਵਾਈਜ਼ ਹੋਊਗਾ ਨਿਊਮੈਰੀਕਲ, ਠੀਕ ਆ, ਅਤੇ ਤੁਹਾਨੂੰ ਸਮਝ ਵੀ ਲੱਗੂਗਾ ਤੁਸੀਂ ਕਰਦੇ ਕੀ ਪਏ ਆ। ਕੰਪਲੈਕਸ ਨਹੀਂ ਹੋਊਗਾ, ਸਾਰੀਆਂ ਟਰਮਸ ਇਕੱਠੀਆਂ ਨਹੀਂ ਆ ਜਾਣਗੀਆਂ। ਤੁਹਾਨੂੰ ਪਤਾ ਹੈ ਕਿ ਮੈਂ ਕਿੱਥੇ ਡਿਵਾਈਡ ਕਰਨਾ ਹੈ ਨਿਊਮੈਰੀਕਲ ਨੂੰ, ਕਿੱਥੇ ਆਪਾਂ ਉਹਨੂੰ ਮਤਲਬ ਕਿੱਥੇ ਉਹਨੂੰ ਛੱਡਣਾ ਅਤੇ ਕਿੱਥੇ ਉਹਨੂੰ ਸਟਾਰਟ ਕਰਨਾ ਹੈ। ਠੀਕ ਆ, ਇੱਕ ਆਰਡਰ ਵਾਈਜ਼ ਹੋਊਗਾ। ਠੀਕ ਆ। ਸੋ ਇਸ ਢੰਗ ਨਾਲ ਤੁਸੀਂ ਇਹ ਨਿਊਮੈਰੀਕਲ ਸੋਲਵ ਕਰ ਸਕਦੇ ਆ। ਬਾਕੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਇਹਦੇ ਬਾਰੇ। ਜੇ ਕਿਸੇ ਦਾ ਆਨਸਰ ਨਹੀਂ ਆਇਆ ਤਾਂ ਤੁਸੀਂ ਉਹ ਮੈਨੂੰ ਦੱਸ ਦਿਓ, ਆਪਾਂ ਉਸ ਮੁਤਾਬਿਕ ਫਿਰ ਤੁਹਾਨੂੰ ਈਜ਼ੀ ਕੈਲਕੂਲੇਸ਼ਨਸ ਵੀ ਦੱਸਾਂਗੇ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਅੱਜ ਦੇ ਲਈ ਨਹੀਂ। ਓਕੇ ਜੀ।